ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਤੱਕ ਅਸੀਂ ਪੁਆਇੰਟ ਆਬਜੈਕਟ ਯੂਜ਼ ਕਰਦੇ ਆਏ ਹਾਂ। ਕੋਈ ਵੀ ਆਬਜੈਕਟ ਸੀ, ਉਹਦੀ ਸ਼ੇਪ ਕਿੱਦਾਂ ਦੀ ਹੈ ਸਾਨੂੰ ਫਰਕ ਨਹੀਂ ਪਿਆ। ਅੱਜ ਅਸੀਂ ਗੱਲ ਕਰਨੀ ਹੈ ਉਸ ਚੀਜ਼ ਦੀ, ਰਿਜਿਡ ਬਾਡੀ ਦੀ। ਇਹਦੇ ਤੇ ਫੋਰਸ ਲੱਗੇਗੀ ਤਾਂ ਕੀ ਹੋਏਗਾ? ਨਾਨ ਰਿਜਿਡ ਬਾਡੀ ਕੀ ਹੁੰਦੀ ਹੈ, ਰਿਜਿਡ ਬਾਡੀ ਕੀ ਹੁੰਦੀ ਹੈ, ਇਹ ਪਤਾ ਕਰਦੇ ਹਾਂ। ਰਿਜਿਡ ਬਾਡੀ ਦਾ ਮੇਨ ਤੁਸੀਂ ਮਤਲਬ ਲੈ ਸਕਦੇ ਹੋ ਇੱਕ ਤਰ੍ਹਾਂ ਨਾਲ ਕੋਈ ਚੀਜ਼ ਠੋਸ। ਹੁਣ ਉਸ ਤੇ ਜੋ ਫੋਰਸ ਲੱਗਦੀ ਹੈ ਉਹ ਡਿਫਰੈਂਟ ਤਰ੍ਹਾਂ ਦੇ ਮੋਸ਼ਨ ਕਰ ਸਕਦੀ ਹੈ। ਇੱਕ ਤਰ੍ਹਾਂ ਦਾ ਮੋਸ਼ਨ ਕਹਿਲਾਏਗਾ ਟ੍ਰਾਂਜ਼ਿਸ਼ਨਲ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ। ਟਰਾਂਸਪੋਰਟ ਟਰਾਂਸਲੇਸ਼ਨਲ, ਉੱਦਾਂ ਸਮਝਣਾ ਹੈ। ਦੂਜਾ ਹੋ ਗਿਆ ਪਿਓਰ ਰੋਟੇਸ਼ਨਲ ਮੋਸ਼ਨ। ਪਿਓਰ ਮਤਲਬ ਕੀ ਹੈ? ਜਿੱਦਾਂ ਤੁਹਾਡਾ ਪੱਖਾ ਸਿਰਫ ਰੋਟੇਟ ਕਰ ਰਿਹਾ ਹੈ, ਅਤੇ ਬਾਕੀ ਮੋਸ਼ਨ ਹੋ ਜਾਏਗਾ ਮਿਕਸ, ਜਿਵੇਂ ਗੱਡੀ ਦਾ ਟਾਇਰ। ਇਹ ਕੀ ਹੋਏਗਾ? ਰੋਟੇਸ਼ਨ ਵੀ ਕਰ ਰਿਹਾ ਹੈ ਔਰ ਟਰਾਂਸਪੋਰਟੇਸ਼ਨ ਵੀ ਹੋ ਰਹੀ ਹੈ, ਟਰਾਂਸਲੇਸ਼ਨਲ ਵੀ ਇਹਦੇ 'ਚ ਮੋਸ਼ਨ ਹੈ। ਹੁਣ ਚਲੋ ਅੱਗੇ ਚੱਲਦੇ ਹਾਂ। ਇੱਥੇ ਇੱਕ ਮੈਂ ਬਾਕਸ ਲਿਆ ਹੋਇਆ ਹੈ। ਹੁਣ ਇੱਥੇ ਅਸੀਂ ਹਮੇਸ਼ਾ ਸੈਂਟਰ ਜਿਹਾ ਬਣਾ ਦਿੰਦੇ ਸੀ। ਇਹ ਕੀ ਹੁੰਦਾ ਸੀ ਪਤਾ ਹੈ? ਇਹ ਹੁੰਦਾ ਸੀ ਸੈਂਟਰ ਆਫ ਮਾਸ। ਅਸੀਂ ਹਮੇਸ਼ਾ ਚਲਾਕੀ ਨਾਲ ਸੈਂਟਰ ਤੋਂ ਹੀ ਸਾਰੀ ਫੋਰਸਿਸ ਬਣਾਈਆਂ, ਯਾਨੀ ਕਿ ਅਸੀਂ ਕਿਸੇ ਵੀ ਮਾਸ ਨੂੰ ਸੈਂਟਰ ਆਫ ਮਾਸ ਇੱਕ ਪੁਆਇੰਟ ਮੰਨ ਸਕਦੇ ਹਾਂ, ਅਤੇ ਉੱਥੇ ਜਿਹੜੀ ਫੋਰਸ ਲੱਗੇਗੀ ਉਹਦੇ ਹਿਸਾਬ ਨਾਲ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਕਿ ਇਹ ਉੱਦਾਂ ਹੀ ਪ੍ਰਭਾਵ ਪਵੇਗਾ ਜਿੱਦਾਂ ਪੂਰੇ ਬਾਕਸ 'ਤੇ। ਦਿਸ ਵਾਜ਼ ਆਰ ਪੁਆਇੰਟ ਮਾਸ। ਇਹੀ ਹਮੇਸ਼ਾ ਅਸੀਂ ਲੈ ਰਹੇ ਸੀ, ਸ਼ੇਪ ਦੀ ਚਿੰਤਾ ਨਹੀਂ ਕਰ ਰਹੇ ਸੀ, ਸਿਰਫ ਸੈਂਟਰ ਆਫ ਮਾਸ ਦੀ ਕਰ ਰਹੇ ਸੀ। ਇਹ ਸਾਡੀ ਇੱਕ ਅਜ਼ੰਪਸ਼ਨ ਸੀ। ਹੁਣ ਦੇਖੋ ਰਿਐਲਿਟੀ 'ਚ ਕੀ ਹੈ। ਕਿਆ ਕੋਈ ਪੁਆਇੰਟ ਆਬਜੈਕਟ ਮਿਲਦਾ ਹੈ ਨਾ? ਸੈਂਟਰ ਆਫ ਮਾਸ ਤਾਂ ਇੱਕ ਪੁਆਇੰਟ ਹੈ। ਕੋਈ ਵੀ ਰਿਜਿਡ ਬਾਡੀ ਹੋਏਗੀ, ਠੋਸ ਚੀਜ਼ ਹੋਏਗੀ, ਕੋਈ ਵੀ ਆਬਜੈਕਟ ਜਿਹਦਾ ਮਾਸ ਹੋਏਗਾ ਉਹਦੇ 'ਚ ਬਹੁਤ ਛੋਟੇ ਛੋਟੇ ਮਾਸਿਸ ਹੋਣੇ ਹਨ। ਇੱਕ ਅਸੀਂ ਕਹਿ ਸਕਦੇ ਹਾਂ ਇਹ ਇਕੱਠੇ ਮਿਲ ਕੇ ਇੱਕ ਸਿਸਟਮ ਬਣਾ ਕੇ ਇਹ ਬਾਡੀ ਬਣਾ ਰਹੇ ਹਨ, ਤਾਂ ਹੀ ਕਰਕੇ ਇਹਦੀ ਬਾਕਸ ਜਿਹੀ ਸ਼ੇਪ ਹੈ। ਦਿਸ ਇਜ਼ ਅ ਸਿਸਟਮ ਆਫ ਪਾਰਟੀਕਲਸ। ਹੁਣ ਅਸੀਂ ਰਿਜਿਡ ਬਾਡੀ ਦੀ ਚਰਚਾ ਕਰਾਂਗੇ। ਰਿਜਿਡ ਬਾਡੀ ਕੀ ਹੈ? ਕਾਮਨ ਸੈਂਸ 'ਚ ਠੋਸ ਲੈ ਲਿਆ ਹੈ, ਬਟ ਫਿਜ਼ਿਕਸ 'ਚ ਬਿਲਕੁਲ ਕਲੀਅਰ ਡੈਫੀਨੇਸ਼ਨ ਹੋਣੀ ਹੈ। ਕਾਮਨ ਸੈਂਸ ਵਾਸਤੇ ਬੈਂਚ ਰਿਜਿਡ ਬਾਡੀ ਹੈ, ਮੰਨ ਸਕਦੇ ਹਾਂ। ਤੁਹਾਡਾ ਸ਼ਾਰਪਨਰ ਜਿਹੜਾ ਹੈ ਉਹ ਵੀ ਰਿਜਿਡ ਬਾਡੀ ਹੈ, ਇਹ ਵੀ ਮੰਨ ਸਕਦੇ ਹਾਂ। ਤੁਹਾਡਾ ਪੈਨ ਜਿਹੜਾ ਹੈ ਇਹ ਵੀ ਅਸੀਂ ਮੰਨ ਸਕਦੇ ਹਾਂ ਕਿ ਇੱਕ ਰਿਜਿਡ ਬਾਡੀ ਹੈ। ਬਟ ਜੇ ਕੋਈ ਸਾਨੂੰ ਇੱਕਦਮ ਚੰਗੀ ਤਰ੍ਹਾਂ ਪੁੱਛੇ, ਬਿਲਕੁਲ ਡੈਫੀਨੇਸ਼ਨ ਪੁੱਛੇ, ਤਾਂ ਅਸੀਂ ਕਿੱਦਾਂ ਕਵਾਂਗੇ? ਅਸੀਂ ਕੀ ਕਰਨਾ ਹੈ, ਜਿਹੜਾ ਟੈਸਟ ਕਰਨਾ ਹੈ ਆਬਜੈਕਟ ਹੈ ਨਾ, ਉਹਨੂੰ ਦੇਖਣਾ ਹੈ ਜਿੱਦਾਂ ਇਹ ਮੰਨ ਲਓ ਇੱਕ ਵੁਡਨ ਬਾਕਸ ਹੈ, ਲੱਕੜੀ ਦਾ ਬਾਕਸ ਹੈ। ਲੈਟ ਅਸ ਡਿਫਾਈਨ ਹਾਊ ਦਿਸ ਇਜ਼ ਅ ਰਿਜਿਡ ਬਾਡੀ। ਅਸੀਂ ਕੀ ਕਰਨਾ ਹੈ, ਕੋਈ ਵੀ ਦੋ ਪੁਆਇੰਟ, ਇੱਕ ਪੇਅਰ ਲੈ ਲੈਣਾ ਹੈ ਪਾਰਟੀਕਲਸ ਦਾ। ਇੱਕ ਜੋੜਾ ਲੈ ਲਿਆ, ਟੇਕ ਐਨੀ ਪੇਅਰ। ਤੁਸੀਂ ਦੇਖੋਗੇ ਕਿ ਜੇ ਇਹ ਬਾਡੀ ਰਿਜਿਡ ਹੋਈ, ਇਹਦੇ 'ਤੇ ਤੁਸੀਂ ਫੋਰਸ ਲਾਓਗੇ ਤਾਂ ਇੰਨੇ ਡਿਫਾਰਮ ਨਹੀਂ ਹੋਣਾ। ਇਹ ਜਿਹੜੇ ਪਾਰਟੀਕਲਸ ਹਨ ਇਹਨਾਂ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਚੇਂਜ ਨਹੀਂ ਹੋਏਗਾ। ਦੁਬਾਰਾ ਚੈੱਕ ਕਰ ਲਓ, ਦੋ ਪੁਆਇੰਟ ਹੋਰ ਲੈ ਲਓ, ਇੱਕ ਜੋੜਾ ਫੜ ਲੈਂਦੇ ਹਾਂ ਅਤੇ ਚੈੱਕ ਕਰਦੇ ਹਾਂ ਉਹਨਾਂ ਦੇ ਵਿੱਚ ਦਾ ਡਿਸਟੈਂਸ ਇਹ ਔਰ ਇਹ। ਠੀਕ ਹੈ, ਇਹਨਾਂ ਦੇ ਵਿੱਚ ਡਿਸਟੈਂਸ ਮੰਨ ਲਓ 1 ਮੀਟਰ ਦਾ ਹੈ, 1 ਮੀਟਰ ਦਾ ਡਿਸਟੈਂਸ ਹੈ। ਤੁਸੀਂ ਫੋਰਸ ਲਾਓਗੇ, ਕਿਆ ਇਹ ਪਾਰਟੀਕਲ ਕੋਲ ਆ ਜਾਣਗੇ? ਨਹੀਂ ਸਰ, ਜੇ ਨਹੀਂ ਆਉਂਦੇ ਤਾਂ ਅਸੀਂ ਕਹਾਂਗੇ ਰਿਜਿਡ ਹੈ ਬਾਡੀ। ਇਹ ਦੋ ਪਾਰਟੀਕਲ ਹਨ, ਇਹਨਾਂ ਵਿੱਚ ਡਿਸਟੈਂਸ ਦੇਖ ਲਓ 1.5 ਮੀਟਰ ਦਾ। ਤੁਹਾਡੀ ਫੋਰਸ ਨਾਲ ਕੋਈ ਫਰਕ ਨਹੀਂ ਪਿਆ, ਨਾ ਇਹ ਕੋਲ ਆਏ ਨਾ ਇਹ ਦੂਰ ਗਏ, ਤਾਂ ਹੀ ਕਰਕੇ ਡਿਸਟੈਂਸ ਇਹਨਾਂ ਵਿੱਚ ਚੇਂਜ ਨਹੀਂ ਹੋ ਰਿਹਾ। ਐਨੀ ਪੇਅਰ, ਦੈਟ ਇਜ਼ ਵਾਈ ਦਿਸ ਇਜ਼ ਅ ਰਿਜਿਡ ਬਾਡੀ। ਤਾਂ ਫਿਜ਼ਿਕਸ 'ਚ ਬਿਲਕੁਲ ਕਲੀਅਰਲੀ ਦੱਸਿਆ ਗਿਆ ਹੈ ਰਿਜਿਡ ਬਾਡੀ ਕਿਸ ਨੂੰ ਕਹਿਣਾ ਹੈ। ਅਸੀਂ ਕਾਮਨ ਸੈਂਸ 'ਚ ਮੰਨਣਾ ਹੈ ਕੋਈ ਵੀ ਚੀਜ਼ ਠੋਸ, ਜਿਵੇਂ ਸਾਡਾ ਸ਼ਾਰਪਨਰ ਹੋ ਗਿਆ, ਜਿਓਮੈਟਰੀ ਬਾਕਸ ਹੋ ਗਿਆ, ਥੀਸ ਆਰ ਆਲ ਰਿਜਿਡ ਬਾਡੀਜ਼। ਹੁਣ ਅਸੀਂ ਗੱਲ ਕਰਦੇ ਹਾਂ ਵੀ ਜੇ ਰਿਜਿਡ ਬਾਡੀ ਹੈ ਤਾਂ ਨਾਨ ਰਿਜਿਡ ਬਾਡੀ ਕੀ ਹੋਏਗੀ। ਨੰਨਾ ਆ ਗਿਆ ਬਈ, ਨੋ, ਤਾਂ ਕੀ ਹੋਏਗਾ ਇਹਦੇ 'ਚ? ਇਹਦੇ 'ਚ ਡਿਸਟੈਂਸ ਜਿਹੜਾ ਹੈ ਦੋ ਪਾਰਟੀਕਲਸ 'ਚ ਉਹ ਸੇਮ ਨਹੀਂ ਰਹੇਗਾ, ਉਹ ਚੇਂਜ ਹੋ ਸਕਦਾ ਹੈ। ਤੁਸੀਂ ਫੋਰਸ ਲਾਓ, ਚੇਂਜ ਹੋ ਸਕਦਾ ਹੈ। ਬੈਸਟ ਐਗਜ਼ਾਮਪਲ ਵਾਟਰ, ਫੋਰਸ ਲਗਾਓਗੇ ਇਹਨੇ ਤਾਂ ਚੇਂਜ ਹੋ ਜਾਣਾ ਹੈ, ਪਾਰਟੀਕਲਸ ਦੇ ਵਿੱਚ ਡਿਸਟੈਂਸ ਚੇਂਜ ਹੋ ਜਾਣਾ ਹੈ। ਤਾਂ ਦਿਸ ਇਜ਼ ਨਾਟ ਅ ਰਿਜਿਡ ਬਾਡੀ, ਦਿਸ ਇਜ਼ ਅ ਨਾਨ ਰਿਜਿਡ ਬਾਡੀ। ਹੋਰ ਅਸੀਂ ਲੈ ਸਕਦੇ ਹਾਂ ਜਿੱਦਾਂ ਮਿੱਟੀ ਦੇ ਬਰਤਨ ਬਣਦੇ ਹਨ, ਕਲੇ ਦੇ, ਜਿਹੜੀ ਮੁੜ ਜਾਂਦੀ ਹੈ ਥੋੜ੍ਹੀ ਜਿਹੀ ਉਹਨੂੰ ਫੋਰਸ ਲਾਈਏ ਤਾਂ ਇਹਦੇ 'ਤੇ ਜੇ ਮੈਂ ਦੋ ਪੁਆਇੰਟ ਮੰਨ ਲਵਾਂ,
ਉਹਦੇ ਵਿੱਚ ਕੁਝ ਡਿਸਟੈਂਸ ਮੈਜਰ ਕੀਤਾ ਹੋਏ, ਮੰਨ ਲਓ 1 ਮੀਟਰ ਹੈ ਮੰਨ ਲਓ। ਹੁਣ ਇਹਨੂੰ ਮੈਂ ਥੋੜ੍ਹਾ ਜਿਹਾ ਦਬਾ ਦੇਵਾਂ, ਹੁਣ ਕਲੇ ਦਬ ਜਾਂਦੀ ਹੈ, ਡਿਫਾਰਮ ਹੋ ਜਾਂਦੀ ਹੈ, ਤਾਂ ਅਸੀਂ ਦੇਖਾਂਗੇ ਇਹ ਕੀ ਹੋ ਗਿਆ, ਇਹਨਾਂ ਵਿੱਚ ਤੇ ਡਿਸਟੈਂਸ ਘੱਟ ਹੋ ਗਿਆ। ਹੁਣ distance is not remaining same, non-rigid body, so it is not rigid, ਇਹ ਠੋਸ ਨਹੀਂ ਹੈ। ਤਾਂ ਇਹ ਦੋਨੋਂ ਡਿਸਟੈਂਸ ਦੇ ਡਿਫਰੈਂਸ ਹੋਣ ਕਾਰਨ ਅਸੀਂ ਇਹ ਕਵਾਂਗੇ ਇਹਨੂੰ ਤਾਂ ਫੋਰਸ ਲਗਾ ਰਹੇ ਹਾਂ, ਇਹਦੇ ਦਾ ਪਾਰਟੀਕਲ ਦੇ ਜਿਹੜਾ ਡਿਸਟੈਂਸ ਹੈ ਉਹ ਚੇਂਜ ਹੋਈ ਜਾ ਰਿਹਾ ਹੈ। ਇਹਦਾ ਮਤਲਬ ਦਿਸ ਇਜ਼ ਨਾਟ ਅ ਰਿਜਿਡ ਬੋਡੀ। ਤਾਂ ਇਹ ਕਲੀਅਰ ਸਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਵਾਟ ਇਜ਼ ਅ ਰਿਜਿਡ ਬੋਡੀ ਐਂਡ ਵਾਟ ਇਜ਼ ਨਾਟ। ਤਾਂ ਅਸੀਂ ਚੰਗੀ ਤਰ੍ਹਾਂ ਡੈਫੀਨੇਸ਼ਨ ਨੂੰ ਯਾਦ ਕਰ ਲਈਏ। ਰਿਜਿਡ ਬੋਡੀ ਇਜ਼ ਅ ਬੋਡੀ ਦੈਟ ਇਫ ਵੀ ਅਪਲਾਈ ਫੋਰਸ, ਜੇ ਅਸੀਂ ਉਹਨੂੰ ਅਪਲਾਈ ਕਰੀਏ, ਉਸ ਬੋਡੀ ਨੂੰ ਫੋਰਸ ਅਪਲਾਈ ਕਰੀਏ, ਦ ਡਿਸਟੈਂਸ ਬਿਟਵੀਨ ਐਨੀ ਟੂ ਪੇਅਰ ਆਫ ਪਾਰਟੀਕਲਸ ਵਿਲ ਨਾਟ ਚੇਂਜ ਔਰ ਡਸ ਨਾਟ ਚੇਂਜ, ਹੁੰਦਾ ਨਹੀਂ, ਚੇਂਜ ਨਹੀਂ ਹੁੰਦਾ। ਕਲੇ 'ਚ ਚੇਂਜ ਹੋ ਜਾਂਦਾ ਪਿਆ ਹੈ, ਜਿੱਦਾਂ ਹੀ ਅਸੀਂ ਫੋਰਸ ਲਾ ਰਹੇ ਹਾਂ ਉਹ ਡਿਫਾਰਮ ਹੋ ਜਾ ਰਿਹਾ ਹੈ, ਸਟ੍ਰੈਚ ਵੀ ਹੋ ਸਕਦਾ ਹੈ, ਖਿੱਚ ਵੀ ਸਕਦਾ, ਡਿਸਟੈਂਸ ਵੱਧ ਵੀ ਸਕਦਾ ਹੈ। ਜੇ ਚੇਂਜ ਹੋ ਗਿਆ ਅਸੀਂ ਕਹਿਣਾ ਨਹੀਂ ਦਿਸ ਇਜ਼ ਨਾਟ ਅ ਰਿਜਿਡ ਬੋਡੀ। ਤਾਂ ਇੱਦਾਂ ਸਮਝ ਸਕਦੇ ਹਾਂ। ਤੁਹਾਡੇ ਐਕਸਰਸਾਈਜ਼ ਵਾਸਤੇ ਥੋੜ੍ਹਾ ਜਿਹਾ ਚਲੋ ਰਿਵਾਈਜ਼ ਕਰ ਲਈਏ। ਤਾਂ ਇਹ ਕੁਝ ਐਕਸਰਸਾਈਜ਼ ਹੈ, ਇਹਦੇ 'ਚ ਤੁਸੀਂ ਜਿੱਥੇ ਜਿੱਥੇ ਰਿਜਿਡ ਬੋਡੀ ਹੈ ਉਹ ਟਿਕ ਮਾਰਕ ਲਗਾ ਦੇਣਾ ਹੈ, ਜਿਹੜੀ ਨਾਨ ਰਿਜਿਡ ਹੈ ਉੱਥੇ ਕ੍ਰਾਸ ਲਾ ਦੇਣਾ ਹੈ। ਰਬੜ, ਜਿਓਮੈਟਰੀ ਬਾਕਸ, ਮੱਡ, ਮਿੱਟੀ, ਵਾਟਰ, ਬੈਂਚ, ਸ਼ਾਰਪਨਰ, ਮੋਬਾਈਲ ਫੋਨ, ਚਿੰਗਮ ਐਂਡ ਵੁਡਨ ਬਾਕਸ। ਸੋ ਵਟ ਯੂ ਸੇ ਵਿਚ ਆਰ ਰਿਜਿਡ ਬੋਡੀਜ਼ ਐਂਡ ਵਿਚ ਆਰ ਨਾਨ ਰਿਜਿਡ ਬੋਡੀਜ਼। ਪੌਜ਼ ਕਰ ਲਓ, ਸਕਰੀਨ 'ਤੇ ਕਰ ਲਓ। ਉਹਦੇ ਬਾਅਦ ਅਸੀਂ ਕੀ ਕਰਾਂਗੇ, ਹੁਣ ਅਸੀਂ ਫੋਕਸ ਕਰਨਾ ਹੈ ਰਿਜਿਡ ਬੋਡੀਜ਼ 'ਤੇ, ਠੋਸ ਚੀਜ਼ਾਂ 'ਤੇ। ਉਹਨਾਂ ਨੂੰ ਫੋਰਸ ਲਾਉਂਦੇ ਹਾਂ ਤਾਂ ਉਹ ਕਿੱਦਾਂ ਦਾ ਮੋਸ਼ਨ ਕਰ ਸਕਦੀਆਂ ਹਨ। ਇੱਕ ਰਿਜਿਡ ਬੋਡੀ ਡਿਫਰੈਂਟ ਤਰ੍ਹਾਂ ਦੇ ਮੋਸ਼ਨ ਦੇ ਸਕਦੀ ਹੈ ਜੇ ਉਹਨੂੰ ਫੋਰਸ ਲਾਈ ਜਾਏ ਡਿਫਰੈਂਟ ਤਰੀਕੇ ਨਾਲ। ਦੇਖਦੇ ਹਾਂ। ਦੇਖੋ ਪਹਿਲਾ ਐਗਜ਼ਾਮਪਲ ਹੈ ਜਿੱਥੇ ਇੱਕ ਬਾਕਸ ਹੈ, ਇੱਕ ਇੰਕਲਾਈਨਡ ਪਲੇਨ, ਟੇਢੇ ਪਲੇਨ 'ਤੇ ਰੱਖਿਆ ਹੋਇਆ ਹੈ ਅਤੇ ਇਹ ਥੱਲੇ ਨੂੰ ਆ ਰਿਹਾ ਹੈ। ਠੀਕ ਹੈ, ਇਟ ਇਜ਼ ਮੂਵਿੰਗ ਡਾਊਨਵਰਡਸ ਕਿਸੇ ਵੈਲੋਸਿਟੀ ਨਾਲ। ਮੈਂ ਕੀ ਕਰਦਾ ਹਾਂ, ਇੱਥੇ ਇੱਕ ਪੁਆਇੰਟ ਲੈ ਲਿਆ ਹੈ, ਪਾਰਟੀਕਲ ਲੈ ਲਿਆ ਹੈ, ਇੱਥੇ ਇੱਕ ਹੋਰ ਲੈ ਲਿਆ ਹੈ। ਹੁਣ ਮੈਂ ਸਿੰਪਲ ਜਿਹਾ ਕੁਐਸਚਨ ਪੁੱਛਦਾ ਹਾਂ, ਇਹ ਥੱਲੇ ਨੂੰ ਬਾਕਸ ਕਿਸੇ ਵੈਲੋਸਿਟੀ ਨਾਲ ਆ ਰਿਹਾ ਹੋਣਾ, ਇਹ ਜਿਹੜੇ ਚਾਰੋਂ ਪੁਆਇੰਟ ਹਨ ਇਹਨਾਂ ਦੀ ਵੈਲੋਸਿਟੀ ਸਾਰਿਆਂ ਦੀ ਸੇਮ ਹੋਏਗੀ ਕਿ ਡਿਫਰੈਂਟ ਹੋਏਗੀ? ਇਹ ਸਾਰੇ ਐਰੋ ਮੈਂ ਵੈਲੋਸਿਟੀ ਦੇ ਬਣਾ ਰਿਹਾ, ਇੱਕ ਹੀ ਡਾਇਰੈਕਸ਼ਨ 'ਚ ਜਾ ਰਹੇ ਹਨ, ਟਰਾਂਸਲੇਸ਼ਨਲ ਹੋ ਰਿਹਾ ਹੈ, ਯਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਇਹਨਾਂ ਸਾਰੇ ਪਾਰਟੀਕਲਸ ਦੀ ਵੈਲੋਸਿਟੀ ਵੀ ਬਰਾਬਰ ਹੈ, ਸੇਮ ਹੈ, ਕਿਉਂਕਿ ਰਿਜਿਡਲੀ ਇੱਕ ਦੂਜੇ ਨਾਲ ਬੰਨੇ ਹੋਏ ਹਨ, ਰਿਜਿਡ ਬੋਡੀ ਹੈ। ਤਾਂ ਦੇਖੋ ਅਸੀਂ ਇਸ ਤਰ੍ਹਾਂ ਦੇ ਮੋਸ਼ਨ ਨੂੰ ਕੀ ਕਹਾਂਗੇ? ਟਰਾਂਸਲੇਸ਼ਨਲ ਤਾਂ ਹੈ ਹੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਪੋਰਟੇਸ਼ਨ ਹੋ ਰਹੀ ਹੈ, ਬਟ ਵੈਨ every particle is moving with the same velocity, we will call this kind of motion as pure translational motion. बिल्कुल प्योर। हर एक पार्टिकल एक ही वेलोसिटी क्यों बोलिया मैं इत्थे? स्पीड क्यों नहीं बोलिया? क्योंकि वेलोसिटी च मैगनीट्यूड भी होंदा है, वैल्यू भी होंदी है 2 मीटर पर सेकेंड एंड डायरैक्शन ऑल्सो जिहड़ी मैं एरो नाल दिखाई है। तो इस गल का ध्यान रखना है, वी आर टॉकिंग अबाउट वेलोसिटी ऑफ एवरी पार्टिकल एंड इफ एनी रिजिड बॉडी डज दैट, जे इदां हुंदा है ਤਾਂ ਅਸੀਂ ਉਹਨੂੰ ਪਿਓਰ ਯਾਨੀ ਕਿ ਹੋਰ ਕੁਛ ਨਹੀਂ ਹੋ ਰਿਹਾ, ਸਿਰਫ ਟਰਾਂਸਲੇਸ਼ਨਲ ਮੋਸ਼ਨ ਇਸ ਆਬਜੈਕਟ ਦਾ ਹੈ, ਇਹਨੂੰ ਕਹਾਂਗੇ ਪਿਓਰ ਟਰਾਂਸਲੇਸ਼ਨ ਮੋਸ਼ਨ। ਦੇਖਣਾ ਹੈ ਪਿਓਰ ਟਰਾਂਸਲੇਸ਼ਨ ਮੋਸ਼ਨ। ਜਿਓਮੈਟਰੀ ਬਾਕਸ ਫੜੋ ਹੱਥ ਨਾਲ, ਉਹਨੂੰ ਇੱਕ ਰਾਈਟ ਸਾਈਡ ਮੂਵ ਕਰਾਓ। ਪਿਓਰ ਟਰਾਂਸਲੇਸ਼ਨ ਮੋਸ਼ਨ ਹੈ, ਸਿੱਧਾ ਸਿੱਧਾ ਰੱਖਣਾ ਜਿੱਦਾਂ ਇੱਥੇ ਮੈਂ ਮੂਵ ਕਰਾਵਾਂਗਾ। ਇਹ ਇੱਕ ਜਿਓਮੈਟਰੀ ਬਾਕਸ ਲੈ ਲਿਆ ਜੀ, ਠੀਕ ਹੈ। ਹੁਣ ਅਸੀਂ ਕੀ ਕਰਨਾ ਹੈ, ਇਹਨੂੰ ਫੜਨਾ ਹੈ, 2 ਪਾਰਟੀਕਲ ਇੱਥੇ ਦੇਖ ਲਓ, ਜਿੱਥੇ ਵੀ ਮੂਵ ਕਰਾਂ ਦੋਨੋਂ ਪਾਰਟੀਕਲਸ ਦੀ ਵੈਲੋਸਿਟੀ ਸੇਮ ਹੈ। ਜੇ ਪਿੱਛੇ ਨੂੰ ਤਾਂ ਸੇਮ ਵੈਲੋਸਿਟੀ ਪਿੱਛੇ, ਅੱਗੇ ਪਿੱਛੇ ਕਰੋ, ਉੱਪਰ ਨੀਚੇ ਕਰੋ, ਸਾਰੇ ਦੋਨੋਂ ਜਿਹੜੇ ਪੁਆਇੰਟ ਹਨ ਉਹ ਪਾਰਟੀਕਲ ਸੇਮ ਵੈਲੋਸਿਟੀ ਨਾਲ ਜਾ ਰਹੇ ਹਨ। ਇਹ ਸਾਰੇ ਕੋਈ ਕਿਤਨੇ ਵੀ ਪਾਰਟੀਕਲ ਲੈ ਲਓ, ਸਾਰਿਆਂ ਦੀ ਸੇਮ ਵੈਲੋਸਿਟੀ ਹੋਏਗੀ, ਇੱਕ ਹੀ ਡਾਇਰੈਕਸ਼ਨ 'ਚ ਜਾਣਗੇ। ਚਲੋ ਪਿਓਰ ਟਰਾਂਸਲੇਸ਼ਨ ਮੋਸ਼ਨ ਦੇਖ ਲਿਆ ਅਸੀਂ। ਹੁਣ ਇਹੀ ਇੰਕਲਾਈਨਡ ਪਲੇਨ 'ਤੇ ਜੇ ਕੋਈ ਸਿਲੰਡਰ ਅਸੀਂ ਥੱਲੇ ਨੂੰ ਰੋਲ ਕਰਾਈਏ, ਇੱਥੇ ਵੀ 2 ਪਾਰਟੀਕਲ ਲੈ ਲੈਂਦੇ ਹਾਂ, ਇਹਨਾਂ ਦੀ ਵੈਲੋਸਿਟੀ ਓਬਜ਼ਰਵ ਕਰੀਏ। ਹੁਣ ਦੇਖੋ ਸਾਡਾ ਆਬਜੈਕਟ ਜਿਹੜਾ ਹੈ ਥੱਲੇ ਨੂੰ ਤਾਂ ਜਾ ਰਿਹਾ ਹੈ, ਟਰਾਂਸਲੇਸ਼ਨ ਤਾਂ ਹੋ ਰਹੀ ਹੈ, ਬਟ ਇਫ ਯੂ ਸੀ ਦ ਵੈਲੋਸਿਟੀਜ਼, ਇਹਨੇ ਕੁਛ ਇਸ ਤਰ੍ਹਾਂ ਟਰਨ ਕਰਨਾ ਹੈ। ਥੱਲੇ ਵਾਲਾ ਪਾਰਟੀਕਲ
ਇੱਕ ਤਰ੍ਹਾਂ ਨਾਲ ਪਿੱਛੇ ਨੂੰ ਜਾ ਰਿਹਾ ਹੈ ਔਰ ਜਿਹੜਾ ਉੱਪਰ ਵਾਲਾ ਪਾਰਟੀਕਲ ਹੈ ਉਹ ਅੱਗੇ ਨੂੰ ਜਾ ਰਿਹਾ ਹੈ। ਦੁਬਾਰਾ ਦੇਖੀਏ ਤਾਂ ਹੁਣ ਅਸੀਂ ਦੱਸ ਸਕਦੇ ਹਾਂ ਕਿੱਥੇ ਨੂੰ ਜਾਣਗੇ ਦੋਨੋਂ ਪਾਰਟੀਕਲ। ਇਹ ਉੱਪਰ ਵਾਲਾ ਪਾਰਟੀਕਲ ਗਾਹਾਂ ਨੂੰ ਤੇ ਇਹ ਜਿਹੜਾ ਥੱਲੇ ਵਾਲਾ ਪਾਰਟੀਕਲ ਹੈ ਪਿੱਛੇ ਨੂੰ ਜਾਣ ਦੀ ਕਰ ਰਿਹਾ ਹੈ। ਇਹਦਾ ਮਤਲਬ ਦੋਨਾਂ ਦੀ ਵੈਲੋਸਿਟੀ ਸੇਮ ਹੈ? ਨਹੀਂ ਸਰ, ਵੈਲੋਸਿਟੀ ਹੈਜ਼ ਅ ਡਾਇਰੈਕਸ਼ਨ। ਤਾਂ ਇਹਦੀ ਡਾਇਰੈਕਸ਼ਨ ਅਲੱਗ ਹੋਣ ਕਾਰਨ ਅਸੀਂ ਕੀ ਕਹਾਂਗੇ, ਇਹਨਾਂ ਦੀ ਜਿਹੜਾ ਵੈਲੋਸਿਟੀ ਹੈ ਡਿਫਰੈਂਟ ਹੈ। ਕਿਆ ਇਹ ਪਿਓਰ ਟਰਾਂਸਲੇਸ਼ਨਲ ਮੋਸ਼ਨ ਹੋਇਆ? ਸਰ ਦੇਖੋ, ਸਿਲੰਡਰ ਪਹੁੰਚੇਗਾ ਤਾਂ ਥੱਲੇ, ਬਟ ਪਿਓਰ ਨਹੀਂ ਕਹਿ ਸਕਦੇ ਕਿਉਂਕਿ ਨਾਟ ਆਲ ਦ ਪਾਰਟੀਕਲਸ ਆਰ ਮੂਵਿੰਗ ਇਨ ਵਨ ਡਾਇਰੈਕਸ਼ਨ ਔਰ ਵਿਦ ਦ ਸੇਮ ਵੈਲੋਸਿਟੀ। ਔਰ ਦੂਜੀ ਚੀਜ਼ ਕੀ ਹੋ ਰਹੀ ਹੈ, ਇਹ ਰੋਟੇਟ ਵੀ ਹੋ ਰਿਹਾ ਹੈ। ਪਿਓਰ ਤਾਂ ਹੀ ਕਰਕੇ ਨਹੀਂ ਹੈ, ਇਹਦੇ ਨਾਲ ਕੁਝ ਮਿਕਸ ਹੋ ਰਿਹਾ ਹੈ। ਕੀ ਮਿਕਸ ਹੋ ਰਿਹਾ ਹੈ? ਰੋਟੇਸ਼ਨਲ ਮੋਸ਼ਨ। ਸੋ ਜਿਹੜਾ ਸਿਲੰਡਰ ਥੱਲੇ ਨੂੰ ਜਾ ਰਿਹਾ ਹੈ ਇਹਦੇ 'ਚ ਦੋ ਮੋਸ਼ਨ ਹਨ, ਇੱਕ ਟਰਾਂਸਲੇਸ਼ਨਲ ਮਤਲਬ ਉੱਪਰੋਂ ਥੱਲੇ ਆਏਗਾ, ਸੈਕੰਡ ਰੋਟੇਸ਼ਨ ਕਿਉਂਕਿ ਇਹ ਸਿਲੰਡਰੀਕਲ ਸ਼ੇਪ ਹੈ, ਇਹਨੇ ਰੋਲ ਵੀ ਕਰਨਾ ਹੈ ਤਾਂ ਰੋਟੇਸ਼ਨ ਵੀ ਹੋਏਗੀ। ਨਾਓ ਅਸੀਂ ਪਿਓਰ ਟਰਾਂਸਲੇਸ਼ਨਲ ਦੇਖ ਲਿਆ, ਪਰ ਹਾਲੇ ਤੱਕ ਪਿਓਰ ਰੋਟੇਸ਼ਨਲ ਨਹੀਂ ਦੇਖਿਆ ਹੈ ਨਾ। ਉਹਦੇ ਵਾਸਤੇ ਥੋੜ੍ਹਾ ਜਿਹਾ ਕਸ਼ਟ ਕਰਨਾ ਪੈਣਾ ਹੈ, ਛੱਤ ਨੂੰ ਦੇਖਣਾ ਪੈਣਾ ਹੈ ਤੇ ਕੀ ਦਿਸੇਗਾ, ਦੇਖਦੇ ਹਾਂ। ਲੈਟ ਅਸ ਸੀ ਵਾਟ ਇਜ਼ ਦਾ ਪਿਓਰ ਰੋਟੇਸ਼ਨਲ ਮੋਸ਼ਨ। ਹੁਣ ਜਿੱਦਾਂ ਅਸੀਂ ਇੱਥੇ ਤੱਕ ਹੀ ਕਰ ਰਹੇ ਸੀ, ਜਿਹੜਾ ਲਾਸਟ ਐਗਜ਼ਾਮਪਲ ਸੀ, ਅਸੀਂ ਦੇਖਿਆ ਟਰਾਂਸਲੇਸ਼ਨਲ ਹੋਈ, ਯਾਨੀ ਕਿ ਇਹ ਜਿਹੜਾ ਐਰੋ ਬਣਾਇਆ ਉਹ ਜਿਹੜਾ ਸਿਲੰਡਰ ਸੀ ਥੱਲੇ ਆ ਗਿਆ, ਤਾਂ ਅਸੀਂ ਕਿਹਾ ਸਰ ਇੱਥੇ ਮੈਂ ਕਹਿ ਸਕਦਾ ਕਿ ਟਰਾਂਸਲੇਸ਼ਨਲ ਮੋਸ਼ਨ ਵੀ ਹੈ ਕਿਉਂਕਿ ਜਿਹੜਾ ਸਿਲੰਡਰ ਹੈ ਥੱਲੇ ਨੂੰ ਵੀ ਆ ਗਿਆ, ਗਾਹਾਂ ਨੂੰ ਵੀ ਆ ਗਿਆ। ਔਰ ਇਹ ਸਰ ਜਿਹੜਾ ਟਾਇਰ ਹੈ ਜਾਂ ਸਿਲੰਡਰ ਹੈ ਇਹ ਘੁੰਮਿਆ ਵੀ, ਤਾਂ ਰੋਟੇਸ਼ਨਲ ਮੋਸ਼ਨ ਵੀ ਹੈ, ਤਾਂ ਹੀ ਕਰਕੇ ਮਿਕਸ ਹੈ। ਬਟ ਵਾਟ ਅਬਾਊਟ ਦਿਸ? ਇੱਦਾਂ ਇੱਕ ਲੈ ਲਿਆ ਜਾਏ ਫਿਗਰ, ਇਹ ਫਿਗਰ ਜਾਣੀ ਪਛਾਣੀ ਹੈ। ਯੈਸ, ਦਿਸ ਇਜ਼ ਆਰ ਸੀਲਿੰਗ ਫੈਨ। ਛੱਤ 'ਤੇ ਦੇਖਾਂਗੇ ਤਾਂ ਤੁਹਾਨੂੰ ਸੀਲਿੰਗ ਫੈਨ ਦਿਸ ਜਾਏਗਾ। ਹੁਣ ਇਹ ਘੁੰਮਦਾ ਪਿਆ ਹੈ ਤਾਂ ਕਿਆ ਇਹ ਟਰਾਂਸਲੇਸ਼ਨਲ ਮੋਸ਼ਨ ਕਰ ਰਿਹਾ ਹੈ, ਕਿਤੇ ਗਾਹਾਂ ਨੂੰ ਜਾ ਰਿਹਾ ਹੈ? ਨਹੀਂ, ਇਹਦੇ 'ਚ ਟਰਾਂਸਲੇਸ਼ਨ ਮੋਸ਼ਨ ਨਹੀਂ ਹੈ, ਬਿਲਕੁਲ ਵੀ ਨਹੀਂ ਹੈ। ਤਾਂ ਅਸੀਂ ਕੀ ਕਵਾਂਗੇ, ਇਹ ਪਿਓਰ ਰੋਟੇਸ਼ਨਲ ਮੋਸ਼ਨ ਹੈ। ਠੀਕ ਹੈ, ਔਰ ਇਹਦੀ ਖਾਸੀਅਤ ਕੀ ਹੈ, ਕਿਉਂ ਪਿਓਰ ਟਰਾਂਸਲੇਸ਼ਨ ਮੋਸ਼ਨ ਹੈ? ਦੇਖੋ ਜ਼ਰਾ, ਇੱਥੇ ਕੋਈ ਵੀ ਪਾਰਟੀਕਲ ਲੈ ਲਓ ਤੁਸੀਂ, ਜਿਹੜਾ ਪੱਖੇ ਦਾ ਬਾਹਰ ਦਾ ਵੈਲੋਸਿਟੀ ਹੋਏਗੀ ਉਹ ਜ਼ਿਆਦਾ ਹੋਏਗੀ, ਥੱਲੇ ਵਾਲੇ ਦੀ ਜਿਹੜੇ ਅੰਦਰ ਹੈ ਉਹਦਾ ਡਿਫਰੈਂਟ ਹੋਏਗੀ ਵੈਲੋਸਿਟੀ। ਦ ਵੈਲੋਸਿਟੀਜ਼ ਆਰ ਨਾਟ ਸੇਮ। ਵੈਲੋਸਿਟੀ ਜਿੱਦਾਂ ਟਰਾਂਸਲੇਸ਼ਨ ਮੋਸ਼ਨ 'ਚ, ਪਿਓਰ ਟਰਾਂਸਲੇਸ਼ਨ ਮੋਸ਼ਨ 'ਚ ਕੀ ਹੁੰਦਾ ਪਿਆ ਸੀ, ਵੈਲੋਸਿਟੀ ਬਿਲਕੁਲ ਇੱਕੋ ਡਾਇਰੈਕਸ਼ਨ 'ਚ ਸੇਮ ਰਹਿੰਦੀਆਂ ਪਈਆਂ ਸੀ, ਇੱਥੇ ਨਹੀਂ ਹੋਏਗਾ। ਦਿਸ ਇਜ਼ ਟਰੂ ਫॉर ਐਵਰੀਥਿੰਗ। ਔਰ ਦੂਜੀ ਚੀਜ਼ ਜਿਹੜੀ ਇੰਪੋਰਟੈਂਟ ਹੈ, ਇੱਥੇ ਇੱਕ ਚੀਜ਼ ਫਿਕਸ ਹੈ ਜਿਹੜੀ ਪੱਖੇ ਦੇ ਉੱਪਰ ਡੰਡੀ ਲਾਈ ਹੁੰਦੀ ਹੈ। ਦੇਰ ਇਜ਼ ਅ ਐਕਸਿਸ ਆਫ ਰੋਟੇਸ਼ਨ, ਜਿਹਨੇ ਇਹਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਇਹਨੂੰ ਟਰਾਂਸਲੇਸ਼ਨ ਮੋਸ਼ਨ ਕਰਨ ਨਹੀਂ ਦੇ ਰਹੀ ਇਹ ਐਕਸਿਸ। ਸਾਰੇ ਪੁਆਇੰਟਸ ਜਿਹੜੇ ਹਨ ਇਹਦੇ ਆਲੇ ਦੁਆਲੇ ਹੀ ਘੁੰਮ ਰਹੇ ਹਨ।